मियाँ बिलाल नामी शख्स से ये जो बुजुर्ग देख रहे हैं, इनकी बेटी की शादी होती है 9 साल पहले, और वो शख्स जो है वो उस औरत को इसलिए जलाता है कि तुम्हारे बातन से जो है वो बेटियां पैदा हुई हैं, बेटा क्यों नहीं हुआ। बेटे की वजह से वो दरिंदा शख्स जो है वो आता है, अपनी 25 दिन की बेटी और 2 बेटियां और थी जिनको जलाता है। इस औरत को भी जो है वो आग लगाता है और गायब हो जाता है। फैमिली मेरे साथ मौजूद है, लड़की के बाप और फुफो मौजूद है, उनसे बात करके जानते हैं कि आखिर मामला क्या बना, क्या वजूहात थी, क्या लड़ाई झगड़ा रहता था, शक्की आदमी था, क्या मामला था, यानी की जुबानी जानते हैं। अस्सलाम वालेकुम। वालेकुम सलाम। अपाहिज हैं आप? हाँ जी। तो बेटी 9 साल पहले शादी की थी इसकी? 9 साल हो गए ने शादी ਨੂੰ। अच्छा। 9 ਸਾਲ ਦੇ ਵਿੱਚ ਵੇਖਿਆ ਵੂਖਿਆ ਕੋਈ ਨਹੀਂ ਸੀ ਕਿ ਕਿਹੋ ਜਿਹਾ ਬੰਦਾ ਹੈ? ਨਹੀਂ ਜੀ, ਵੇਖਿਆ ਵੂਖਿਆ ਕੋਈ ਨਹੀਂ, ਕਿਸੇ ਨੇ ਨਹੀਂ ਸਾਨੂੰ ਦਿਖਾਇਆ। ਅੱਛਾ। ਤੇ ਇਹ ਵਿਆਹ ਕਿਸ ਤਰ੍ਹਾਂ ਹੋਇਆ ਸੀ? ਕੋਈ ਆਪਣਾ ਸੀ, ਗੈਰ ਸੀ? ਹੈ ਇਹ ਗੈਰ ਹੈਗਾ ਸੀ ਤੇ ਜਿਹੜਾ ਵਸੀਮ ਹੈਗਾ ਸੀ ਨਾ, ਇਹਦਾ ਭਰਾ, ਉਹਨੇ ਸਾਨੂੰ ਰਿਸ਼ਤਾ ਦਿਖਾਇਆ ਸੀ। ਉਹਨੇ ਕਿਹਾ ਕੱਲਾ ਕੱਲਾ ਸਾਡਾ ਪੁੱਤ ਬੰਦਾ ਹੈਗਾ, ਮੁੰਡਾ ਹੈਗਾ ਜੀ, ਤੇ ਸ਼ਾਦੀ ਕਰ ਲਵੋ। ਤੇ ਅਸੀਂ ਮੇਰੀ ਹਮਸ਼ੀਰਾ ਨੇ ਦੇਖਿਆ ਤੇ ਉਹਨੇ ਕਿਹਾ ਚਲੋ ਠੀਕ ਹੈ ਜੀ। ਤੇ ਉਹਨੇ ਇਹਦਾ ਮਾਂ ਪਿਓ ਕੋਈ ਨਹੀਂ ਸੀ ਹੈਗਾ, ਯਤੀਮ ਹੈਗਾ ਸੀ। ਅੱਛਾ। ਤੇ ਯਤੀਮ ਬਣ ਕੇ ਸਾਨੂੰ ਇਹ ਕੰਮ ਦਿਖਾਇਆ ਸੀ, ਮੇਰੀ ਬੱਚੀ ਨੂੰ ਸਾੜ ਦਿੱਤਾ ਸੀ। ਸਾੜਿਆ ਕਿਉਂ ਸੀ? ਕੋਈ ਲੜਾਈ ਝਗੜਾ ਰਹਿੰਦਾ ਸੀ ਅੰਦਰ? ਕੋਈ ਚੱਕਲੇ ਸੀ? ਗੱਲ ਕੀ ਸੀ? ਇਹ ਆਇਆ ਜੀ ਕੱਲ 2 ਵਜੇ ਰਾਤ ਨੂੰ ਦੁਕਾਨ ਤੋਂ। ਕਰਦਾ ਕੀ ਹੈ? ਹਾਂ, ਰੋਡ ਤੇ ਕੰਮ ਕਰਦਾ ਸੀ ਤੇ यूपीएस ठीक करता सी, LCD ठीक करता सी, टीवी ठीक करता सी। उतो आया रात ਨੂੰ आ के कहंदा जी 2 ਵਜੇ मैं अपनी बीवी ਨੂੰ ਮੈਨੂੰ ਸਾਲਨ ਗਰਮ ਕਰਕੇ ਦੇ। ਅੱਛਾ। ਤੇ ਫਿਰ ਉਹਨੇ ਸਾਲਨ ਗਰਮ ਕਰਕੇ ਨਹੀਂ ਦਿੱਤਾ। ਜੇ ਸੂਈ ਗੈਸ ਵੀ ਨਹੀਂ ਹੈਗਾ ਸੀ ਤੇ ਸਿਲੰਡਰ ਖਾਲੀ ਹੈਗਾ ਸੀ। ਉਹਨੇ ਕਿਹਾ ਮੀਆਂ ਜੀ ਕਿ ਜੇ ਸਿਲੰਡਰ ਵਿੱਚ ਗੈਸ ਭਰੀ ਜਾਏਗੀ ਤੇ ਸਾਲਨ ਗਰਮ ਹੋਏਗਾ ਨਾ, ਤੇ ਰੋਟੀਆਂ ਪੱਕਣਗੀਆਂ। ਤੇ ਆਪਣੀ 6 ਸਾਲ ਦੀ ਬੱਚੀ ਨੂੰ ਕਹਿੰਦਾ ਬਹਾਨੀਆਂ ਉੱਠ ਕੇ ਰੋਟੀ ਪਕਾ ਕੇ ਦੇ। 3 ਬੱਚੀਆਂ ਸਨ, ਇੱਕ ਤੇ ਉਹ 5 ਦਿਨਾਂ ਦੀ ਵੀ ਬੱਚੀ ਹੈਗੀ ਹੈ। ਹਾਂਜੀ, ਛਿਲੇ ਚ ਹੈਗੀ ਹਲੇ। ਹਾਂਜੀ। ਉਹ ਜਿਹੜੀ ਵੱਡੀ ਬੱਚੀ ਸੀ ਨਾ 6 ਸਾਲ ਦੀ, ਉਹਨੂੰ ਕਹਿੰਦਾ ਹਾਨੀਆਂ ਉੱਠ ਕੇ ਰੋਟੀ ਮੈਨੂੰ ਪਕਾ ਕੇ ਦੇ। ਉਹਨੇ ਕਿਹਾ ਪਾਪਾ ਜੀ ਮੈਨੂੰ ਰੋਟੀ ਨਹੀਂ ਪਕਾਣੀ ਆਂਦੀ, ਮੈਂ ਤੇ ਹਾਲੇ ਜਾਚ ਵੀ ਨਹੀਂ ਦੱਸੀ ਕਿਸੇ ਨੇ। 6 ਸਾਲ ਦੀ ਬੱਚੀ ਨੂੰ ਤੇ ਆਪਣਾ ਆਪ ਨਹੀਂ ਪਤਾ ਹੁੰਦਾ ਤੇ ਰੋਟੀ ਕਿਸ ਤਰ੍ਹਾਂ ਪਕਾਏਗੀ? ਉਹ ਤੇ ਬੱਚੀ ਹਲੇ। ਤੇ ਉਹ ਅੰਦਰ ਚਲੀ ਗਈ ਫਿਰ। ਅੱਛਾ। ਤੇ ਅੰਦਰ ਜਾ ਕੇ ਤੇ ਬਾਹਰ ਆ ਕੇ ਨਾ ਤੇ ਉਹਨੇ ਸਿਲੰਡਰ ਫੜਿਆ, ਸਿਲੰਡਰ ਕੰਧਾਂ ਨੂੰ ਮਾਰਨ ਲੱਗ ਪਿਆ, ਇੰਜ ਕਰਤਾ। ਉਹਨਾਂ ਨੇ ਦਰਵਾਜ਼ਾ ਅੰਦਰੋਂ ਲਾਕ ਕਰ ਦਿੱਤਾ। ਅੱਛਾ। ਲਾਕ ਕਰਕੇ ਤੇ ਉਹਨੇ ਕਿਹਾ ਇਹ ਸਾਨੂੰ ਮਾਰੇਗਾ। ਮੇਰੀ ਬੇਟੀ ਨੇ ਕਿਹਾ ਸਾਨੂੰ ਮਾਰੇਗਾ। ਤੇ ਉਹਨੇ ਵਜ੍ਹਾ ਕੀ ਸੀ ਮਾਰਨ ਦੀ? ਵਜ੍ਹਾ ਤੇ ਕੋਈ ਹੁੰਦੀ ਨਾ, ਤੁਸੀਂ ਦੱਸਦੇ ਪਏ ਸੋ ਕਿ ਭਾਈ ਕੋਈ ਪੁੱਤਰ ਨਹੀਂ ਹੋਇਆ ਮੇਰੇ ਘਰ। ਮਾਰਨ ਦੀ ਵਜ੍ਹਾ ਇਹੋ ਹੀ ਹੈ, ਜਿਹੜੀ 3 ਧੀਆਂ ਨੇ ਮੇਰੀਆਂ, ਜਿਹੜੀ ਹੁਣ ਕੀ ਹੋਈ ਹੈ, ਕਿਉਂ ਹੋਈ ਹੈ। ਓਏ ਹੋਏ ਹੋਏ। ਅਸੀਂ ਇਹ ਤੇ ਅੱਲਾ ਦੀ ਦੇਣ ਹੈ ਨਾ, ਇਹ ਤੇ ਬੰਦੇ ਦੇ ਇਖਤਿਆਰ 'ਚ ਹੀ ਕੋਈ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਨਾ, ਮੈਂ ਉਹਨੂੰ ਵੀ ਅੱਗ ਲਾ ਦੇਵਾਂਗਾ ਤੇ ਤੈਨੂੰ ਵੀ ਅੱਗ ਲਾ ਦੇਵਾਂਗਾ। ਤੇ ਜੇ ਤੂੰ ਸਾਨੂੰ, ਜੇ ਤੇਰੇ ਘਰ ਧੀ ਹੋਈ, ਤੂੰ ਮੈਨੂੰ ਸਟਾਮ ਲਿਖ ਕੇ ਦੇ ਤੇ ਮੈਂ दूसरा ब्याह कर लूंगा। ये हालात है जी, ये पाकिस्तान के जो शहरी हैं, किस तरह के इनके मामलात हैं कि यार अल्लाह ताला देता है, बेटी हो या बेटा हो, ये अल्लाह ताला की देन है। और भाई आप ये क्या कर रहे हैं? आप ये चाह रहे हैं कि मुझे बेटा होगा तो मैं जो है इसकी परवरिश करूंगा और बेटियों की परवरिश नहीं करूंगा। भूल गए हैं इस्लाम को। इस्लाम एक अच्छा दीन है, बेटियों की परवरिश का जिम्मा भी इस्लाम ने किस तरह दिया है। माँ जी ਧੀਆਂ ਤੇ ਬੜੀਆਂ ਪਿਆਰੀਆਂ ਹੁੰਦੀਆਂ ਤੇ ਫੁੱਫੀਆਂ ਲਈ ਤੇ ਭਾਈ ਕਹਿੰਦੇ ਜਾਨ ਹੁੰਦੀਆਂ ਨੇ, ਭਤੀਜੀਆਂ ਬੜੀਆਂ। ਭਤੀਜਾ ਵੀ ਤਾਂ ਭਤੀਜੀਆਂ ਵੀ। ਅਸੀਂ 2 ਕਰੋੜ ਰੁਪਏ ਆਪਣੇ ਭਤੀਜਾ ਨੂੰ ਦਿੱਤਾ, ਸਾਨੂੰ ਆਪਣੇ ਆਪ ਫਕੀਰ ਬਣ ਗਿਆ ਕਿ ਆ ਭਤੀਜਾ ਨਾਲ ਕੋਈ ਚੀਜ਼ ਨਹੀਂ ਚੱਲਦੀ ਕਿ ਅਸੀਂ ਮਰ ਜਾਵਾਂਗੇ, ਇਹ ਜ਼ਿੰਮੇਦਾਰ ਤੇ ਹੋਣਗੇ। ਬਿਲਕੁਲ ਹੈ ਜੀ। ਇਹਦੀ ਧੀ ਨੂੰ 18 ਲੱਖ ਦੀ ਜਗ੍ਹਾ ਦਿੱਤੀ, ਨਾਲ 6 ਮਰਲੇ 6 ਮਰਲੇ ਜਗ੍ਹਾ ਦਿੱਤੀ ਹੈ। ਮੈਂ ਆਪਣੀ ਬੇਟੀ ਨੂੰ, ਜਿਹੜੀ ਮੈਨੂੰ ਮੇਰੀ ਮਾਂ ਜੀ ਮੇਰੀ ਗੱਲ ਸੁਣੋ, ਤੁਸੀਂ ਇਹ ਵੇਖਿਆ ਕੋਈ ਨਹੀਂ, ਪਰਖਿਆ ਨਹੀਂ, ਵੱਡੇ ਤੇ ਵੇਖਦੇ ਨੇ ਕਿ ਕਿਹੋ ਜਿਹਾ ਬੰਦਾ ਹੈ, ਕੋਈ ਗਲਤ ਆਦਮੀ ਤੇ ਨਹੀਂ ਕਿਤੇ ਟੱਕਰ ਗਿਆ। ਤੂੰ ਸਾਡਾ ਪੁੱਤਰ, ਮੇਰਾ ਪੁੱਤਰ ਬਣਿਆ ਨਾ, ਤੂੰ ਕਹੇਗਾ ਬਾਜੀ ਤੁਸੀਂ ਪੁੱਠਾ ਆਪਣੀ ਧੀ ਦਾ ਰਿਸ਼ਤਾ ਕਰਨਾ, ਇਹ ਰਿਸ਼ਤਾ ਹੈਗਾ ਜੇ ਵੇਖ ਲੈ ਚੰਗਾ। ਮੈਂ ਕਹਾਂਗੀ ਬੇਟਾ ਤੇਰੇ ਪਸੰਦ ਹੈ, ਤੂੰ ਦੇਖਿਆ? ਤੂੰ ਕਹਿੰਦਾ ਹਾਂ ਬਾਜੀ ਮੈਂ ਵੇਖਿਆ ਹੈ। ਤੇ ਮੈਂ ਕਹਾਂਗੀ ਚੱਲ ਪੁੱਤਰ ਤੂੰ ਵੇਖਿਆ ਤੇ ਮੇਰਾ ਜ਼ਿੰਮੇਦਾਰ ਤੂੰ ਹੈ, ਤੂੰ ਵੇਖਿਆ ਚਲ ਅਸੀਂ ਕਰ ਲੈਂਦੇ। ਅੱਛਾ। ਅਸੀਂ ਇੱਕ ਦਫਾ ਗਏ ਆ, ਫਿਰ ਮੇਰੇ ਸਾਰੇ ਭੈਣ ਭਰਾ ਨਾਲ ਹੀ ਗਏ ਸਨ ਵੇਖਣ, ਤੇ ਮੈਂ ਫਿਰ ਮੁਕੱਲੇ ਨੂੰ ਬਿਠਾ ਕੇ ਕਿਹਾ, ਮੈਂ ਕਿਹਾ ਬਿਲਾਲ ਅਸੀਂ ਤੈਨੂੰ ਪਸੰਦ ਆ? ਜੇ ਅਸੀਂ ਤੈਨੂੰ ਪਸੰਦ ਹੋਵਾਂਗੇ ਤੇ ਸਾਡੇ ਘਰ ਰਿਸ਼ਤਾ ਕਰੇ, ਨਹੀਂ ਤਾਂ ਨਾ ਕਰੇ। ਕਹਿੰਦਾ ਬਾਜੀ ਤੂੰ ਨਹੀਂ ਪਸੰਦ। ਧੀ ਨੂੰ ਇਸ ਹਾਲਤ 'ਚ ਵੇਖ ਕੇ ਤੇ ਕਿੰਨਾ ਕੁ ਦਿਲ ਹੁੰਦਾ, ਕਿੰਨਾ ਦਿਲ, ਮਾਂ ਦਾ ਤੇ ਦਿਲ ਬੜਾ ਰੋਂਦਾ। ਠੀਕ ਹੈ, ਤੇ ਧੀਆਂ ਤੇ ਹੁੰਦੀਆਂ ਬੜੀਆਂ ਪਿਆਰੀਆਂ ਨੇ, ਤੇ ਜਨਾਜ਼ੇ ਦੀ ਰੌਣਕ ਹੁੰਦੀਆਂ ਨੇ ਨਾ।
ਉਹਦੀਆਂ ਦੀਆਂ ਤੁਸੀਂ ਵੇਖੋ ਕਵਰ ਪਿਆਰ ਕਰ ਕਰਕੇ ਨਾ ਥੱਕ ਜਾਈਏ ਹੁਣ ਤਾਂ ਅੱਜ ਖਰਾਬ ਹੋ ਗਈਆਂ ਨੇ ਉਹ ਜਿਹੜੇ ਕਿੱਕੋ ਨੇ ਕਿ ਅੰਕਲ ਹਮੇ ਬੁਲਾ ਕੇ ਘਰ ਨਾ ਭੇਜ ਦਿਓ ਕੀ ਦਰਿੰਦਾ ਸੀ ਯਾਰ ਇਹਨੂੰ ਸਮਝ ਹੀ ਨਹੀਂ ਸੀਗੀ ਕਿ 5 ਦਿਨਾਂ ਦੀ ਕੁੜੀ ਨੂੰ ਸਾੜਦਾ ਪਿਆ तीन कहेगा जानू मेरी जान मेरे अच्छे पापा सर और मेरे अच्छे ਜਿਹੜੀ पापा ਛੋਟੀ ਧੀ ਹੈ ਨਾ ਜਿਹੜੀ ਤੇ ਪਿਓ ਨੂੰ ਤਾਂ ਧੀ ਬੜੀਆਂ ਪਿਆਰੀ ਹੁੰਦੀਆਂ ਕਿਹੋ ਜਿਹਾ ਪਿਓ ਏ ਮਾਂ ਦੇ ਵਿਚਾਰੀ ਅੱਧੀ ਮਰ ਚੁੱਕੀ ਏ ਠੀਕ ਏ ਹੋਂਠ ਸੜ ਗਏ ਜਿਸਮ ਸਾਰਾ ਝੁਲਸ ਗਿਆ ਸਰ ਜਿਹੜੀ नहीं आखी देते तीन रोंदियां ਸਰ ਜਿਹੜੀ ਛੋਟੀ ਧੀ ਹੈ ਨਾ 4 ਸਾਲ ਦੀ ਉਹਨੂੰ ਕਹਿੰਦਾ ਮੇਰੇ ਪੈਰ ਘੁੱਟ ਉਹਨੇ ਕਿਹਾ ਮੈਂ ਤੇਰੀ ਨੌਕਰ ਆ ਓਏ बड़े प्यार ना कर मैं आपकी नौकर हाँ मैं आपकी नौकर हाँ ਉਹਨੇ ਕਿਹਾ ਮੈਂ ਤੁਹਾਡਾ ਨੌਕਰ ਹਾਂ ਜਿਹੜਾ ਮੈਂ ਸਾਰੀ ਦਿਹਾੜੀ ਤੇ ਕਮਾ ਕੇ ਲਿਆਣਾ ਪਿਓ ਦਾ ਤੇ ਹੱਕ ਬਣਦਾ ਨਾ ਕਮਾ ਕੇ ਖਵਾਉਣਾ ਹਾਂ ਉਹਨੇ ਦਰਿੰਦੇ ਨੂੰ ਚਾਹੀਦਾ ਸੀ ਨਾ ਕਿ ਤੂੰ ਕੀ ਕਰਨ ਲੱਗਾ ਮੈਂ ਕੀ ਕਰਨ ਲੱਗਾ ਵਾਂ ਕਿ ਮੈਂ ਸਾੜਨ ਲੱਗਾ ਵਾਂ ਆਪਣੀਆਂ ਬੱਚੀਆਂ ਸਾੜਨ ਲੱਗਾ ਜਿਹਨੂੰ ਮੈਂ ਪੈਦਾ ਕੀਤਾ ਵੇ ਇਹ ਅੱਲਾ ਦੀ ਦੇਣ ਹੈ ਨਾ ਹਾਂਜੀ ਧੀਆਂ ਹੋਣੀਆਂ ਪੁੱਤਰ ਹੋਣ ਅੱਲਾ ਦੀ ਦੇਣ ਹੈ ਅੱਲਾ ਤਾਲਾ ਦਾ ਸ਼ਰੀਕ ਨਾ ਕੋਈ ਵੀ ਬਣ ਸਕਦਾ ਮਾਂ ਜੀ ਜੇ ਧੀਆਂ ਦਿੱਤੀਆਂ ਅੱਲਾ ਤਾਲਾ ਨੇ ਪਰਵਰਿਸ਼ ਸੇ ਦਿੱਤੀਆਂ ਕਿ ਪਰਵਰਿਸ਼ ਕਰੇ ਠੀਕ ਹੈ ਉਹਦਾ ਅਜਰ ਲਵੇ ਤੇ ਇਹ ਕਿਹੋ ਜਿਹਾ ਦਰਿੰਦਾ ਸੀ ਕਿਹੋ ਜਿਹਾ ਦਿੰਦਾ ਪਿਓ ਸੀ ਕਿ ਜਿਹਨੇ ਭਾਈ ਆਪਣੀ ਧੀ ਸਾੜ ਛੱਡੀ ਸਟਾਪ ਕਰ ਮਾਂ ਜੀ ਹੁਣ ਕੁੜੀ ਸੜ ਗਈ ਏ ਡਾਕਟਰ ਕੀ ਕਹਿੰਦੇ ਪਏ ਨੇ ਕਿ ਕਿਹੋ ਜਿਹੀ ਹਾਲਾਤ ਨੇ ਉਹਦੇ डॉक्टर हाले कोई हालात नहीं दसते पे ਹਾਏ ਹਾਏ ਉਹ ਕਹਿੰਦੇ ਨੇ ਅੱਲਾ ਅੱਗੇ ਦੁਆ ਕਰੋ ਅਗਰ ਤੁਹਾਡੀ ਧੀ ਠੀਕ ਹੋ ਗਈ ਠੀਕ ਹੈ ਅਸੀਂ ਆਪਣੀ ਪੂਰੀ ਕੋਸ਼ਿਸ਼ ਜਿਹਨੂੰ ਕਰਾਂਗੇ ਮਾਂ ਜੀ ਮਾਵਾਂ ਪਿਆਂਦੀਆਂ ਨੇ ਧੀਆਂ ਨੂੰ ਵਿਆਹ ਕੇ ਤੇ ਅਗਲੇ ਘਰ ਭੇਜਦੀਆਂ ਨੇ ਤੇ ਨਸੀਬਾਂ ਦਾ ਤਾਂ ਨਹੀਂ ਪਤਾ ਹੁੰਦਾ ਕਿਹੋ ਜਿਹੇ ਨਸੀਬ ਹੈਗੇ ਨੇ ਤੇ ਡਾਕਟਰ ਪੈਸੇ ਤਾਂ ਨਹੀਂ ਲਾਣੇ ਪੈਸੇ ਗਰੀਬਾਂ ਦੇ ਲੱਗਣੇ ਨੇ ਹਾਏ ਪੈਸੇ ਗਰੀਬ ਆਦਮੀਆਂ ਦੇ ਲੱਗਣੇ ਨੇ ਡਾਕਟਰਾਂ ਨੇ ਸਾਨੂੰ ਪੈਸੇ ਨਹੀਂ ਲਾ ਦੇਣੇ ਠੀਕ ਹੈ ਅਸੀਂ ਕਹਿੰਦੇ ਯਾ ਅੱਲਾ ਜਿਹਦੇ ਘਰ ਬੇਟੀ ਹੋਵੇ ਅੱਲਾ ਨਸੀਬਾਂ ਵਾਲੇ ਹੋਵੇ ਆਪਣੇ ਨਸੀਬ ਆ ਕੇ ਮਾਂ ਪਿਓ ਨਹੀਂ ਲਿਖ ਸਕਦੇ ਨਸੀਬ ਆਪੇ ਨਹੀਂ ਲਿਖਦੇ ਨਸੀਬ ਅੱਲਾ ਲਿਖਦਾ ਹਾਏ ਹਾਏ ਠੀਕ ਹੈ ਕਿ ਨਹੀਂ ਤੇ ਵੇਖ ਕੇ ਉਹਦਾ ਹਾਲਤ ਵੇਖ ਕੇ ਤੇ ਕਿੱਡਾ ਦੁੱਖ ਹੁੰਦਾ ਹੋਣਾ ਕਿ ਸਹੀ ਸਲਾਮਤ ਭੇਜੀ ਸੀ ਹੱਸਦੀ ਖੇਡਦੀ ਮੈਂ ਭੇਜੀ ਤੁਹਾਨੂੰ ਦੱਸਿਆ ਜਦੋਂ ਵੀ ਸ਼ਾਦੀ ਕੀਤੀ ਸੀ ਨਾ ਤੇ ਜਿਹਨੇ ਰਿਸ਼ਤਾ ਕਰਾਇਆ ਸੀ ਨਾ ਉਹਦਾ ਭਰਾ ਕੀ ਕਹਿੰਦਾ ਮੇਰੀ ਭਣੇਵੀਂ ਭਾਬੀ ਅਗੇ ਉਹ ਤੇ ਆਂਦੇ ਜੋ ਜੰਨਤ ਦੀ ਹੋਰ ਲੱਗੀ ਨੇ ਤੂੰ ਕਿਹੜਾ ਬਿੱਜੂ ਦਾ ਲੜ ਪਾਤੀ ਹਾਏ ਮੈਂ ਉਸੇ ਗਾਮ ਤੇ ਡੁੱਬ ਗਈ ਉਹਦਾ ਸਾਡੀ ਭਤੀਜੀ ਫੌਤ ਹੋਈ ਸੀ ਮੈਂ ਉਸ ਗਾਮ ਵਿੱਚ ਵੀ ਸਾਂ ਉਧਰ ਹੀ ਮੈਨੂੰ ਗਾਮ ਸੀ ਉਧਰ ਉਹਨੇ ਇਹ ਗੱਲ ਸੁਣਾਤੀ ਮੈਂ ਉਹ ਗਾਮ ਨੀਚੇ ਡੁੱਬ ਗਈ ਓਏ ਹੋਏ ਮੈਨੂੰ ਗਾਮ ਹੋਵੇ ਤੁਸੀਂ ਇੱਕ ਮਹੀਨਾ ਮੈਂ ਰੋਟੀ ਨਾ ਦੇਵਨ ਭੁੱਖ ਨਹੀਂ ਲੱਗੀ ਓਏ ਹੋਏ ਮਾਂ ਜੀ ਕੀ ਅਪੀਲ ਕਰਨਾ ਚਾਹੋਗੇ ਸੀਐਮ ਸਾਹਿਬਾ ਤੇ ਸਮਝੀਏ ਔਰਤ ਦੀ ਡੈਡ ਲਾਈਨ ਕਿ ਔਰਤ ਮੇਰੀਆਂ ਰੈਡ ਲਾਈਨਾਂ ਨੇ ਤੇ ਮੈਨੂੰ ਦੱਸੋ ਹਾਂ ਹੁਣ ਕੀ ਕਹਿਣਾ ਚਾਹੋਗੇ ਕਹਿੰਦੇ ਆ ਕਿ ਜੋ ਬਿਲਾਲ ਨੇ ਕੀਤਾ ਉਹ ਬਿਲਾਲ ਨਾਲ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਤਾਂ ਕਿ ਇਹੋ ਦਰਿੰਦੇ ਜਿਹੜੇ ਨੇ ਇਹੋ ਦਰਿੰਦਿਆਂ ਨੂੰ ਸਬਕ ਹਾਸਲ ਹੋਣਾ ਚਾਹੀਦਾ ਜੋ ਬਿਲਾਲ ਨੇ ਸਾਡੇ ਨਾਲ ਸਾਨੂੰ ਕਿਦਾ ਬਿਲਾਲ ਨਾਲ ਹੋਣਾ ਚਾਹੀਦਾ ਗੱਲ ਬਿਲਕੁਲ ਐਸ ਗਰੀਬ ਦੀ ਤੇ ਨਵਾਨੇ ਦੀ ਗੱਲ ਸੁਣ ਕੇ ਸਿੱਧੀ ਗੱਲ ਇਹਦੀ ਧੀ ਨੂੰ ਜ਼ਰੀਰ ਕੀਤਾ ਸੂ ਸਾੜਿਆ ਸੂ ਜੋ ਕੁਛ ਕੀਤਾ ਸੂ ਇਸੇ ਤਰ੍ਹਾਂ ਬਿਲਾਲ ਨੇ ਸੜੇ ਬਸ ਗੱਲ ਹੋ ये एक माँ की दर्द बड़ी आ है ये बाप है बेचारा अपाहिज है इसने अपनी बेटी की शादी 9 साल पहले की बिलाल नामी शख्स से लेकिन उस दरिंदे ने क्या किया कि बेटियां पैदा हुई हैं बेटा क्यों नहीं पैदा हुआ बेटा क्यों नहीं पैदा हुआ 25 दिन पहले जो बेटी थी उसको भी और बाकी 3 बेटियों को आग लगाई और बीवी को आग लगाकर खुद रफू चक्कर हो गया अभी तक जो है वो पुलिस की गिरफ्त में नहीं आया पुलिस पकड़ नहीं सकी और सीएम साहबा से अपील कर रही है कि औरतों को रेड लाइन समझती हैं आप अपनी हमें इंसाफ कौन फराहम करेगा ताकि हम भी जो है वो सुख का साथ जिस तरह इन्होंने हमारी बेटी के साथ किया है इसी तरह इस शख्स के साथ भी होना चाहिए कमेंट सेक्शन आपके लिए बनाया गया है अपनी राय से जरूर इजहार कीजिएगा अपने मेजबान को दीजिए इजाजत अल्लाह नेगेबान।